तौ दर्शन कै ताई पया दीवाना 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 अगे कईया जन्मां दे विछड़े हुण तां चरनी लाला मालकां अगे कईया जन्मां दे विछड़े हुण तां चरनी लाला मालकां अगे कईया जन्मां दे विछड़े हुण तां चरनी लाला मालकां अगे कईया जन्मां दे विछड़े हुण तां चरनी लाला मालकां कईया जन्मां दे विछड़े हुण तां चरनी लाला मालकां अगे कईया जन्मां दे विछड़े हुण तां चरनी लाला मालकां। बहुत जन्म बिछरे थे माधो यह जन्म तुम्हारे लेखे कह रविदास आस लग जीवो चिर भयो दर्शन देके परम ते सत्कार जो गुरां की साजी ते नवाजी। साध संगत जी आओ अमृत वेले दे समय नूं मुख रखदिआं गुरु जी ने किरपा कीती है वडभागी रूहां गुरु दे चरणां विच शिरशार होण वास्ते जिन्हां जिन्हां वडभागी रूहां उत्ते गुरु जी किरपा करदे हन बख्शिश करदे हन ਉਹ रूहां उस कलयुग दे तत्तियां हवावां तो बचन वास्ते जिवें गुरु जी फरमान करदे हन कल ताती ठंडा हरनाओ। कल कलेश तो बचन वास्ते जिवें मनुख सोच लैंदा भी चलो लड़ाई दा हुण असार बनदे जांदे ने घर विच आपां किसे पासे टल चलदे हैं। महाराज जी कहते जिस वक्त मनुख टल गया तो वो जिहड़ी आई बला फिर टल जाती है। महाराज कहन लगे कलयुग का जिन्ना भयानक समा चल रहा है ये तो बचन वास्ते केवल महाराज जी कहते कल ताती कलयुग इन्ना क तत्ता है अग वांगू तपदा फिरदा है। हर एक घर दे विच लड़ाई झगड़ा कल कलेश ते ठंडा हरनाओ परमात्मा दा नाम अर्जी कहन लगे ठंडा है जे किते इहो जिहा समा बने तां एक पासे बैठ के परमात्मा दा नाम उन्ना क चिर जपिया जावे। एक धिर बोलदी है एक चुप कर जावे आपे टल जांदा कम। जे एक धिर भी बोली जावे अगली भी बोली जावे सवाल जवाब दोवे करे मुड्ढो कुंथा जाए। महाराज जी कहते फिर कम वाधा बोलत बधा विकारा फिर कम वाधा डांगा सोटियां तिकर थाणियां तिकर कोट कचहरियां तिकर जेलां तिकर चलिया जांदा। जिब्बा लोहारी है बोले आल पताल तू ते अंदर बढ़ गई छितर सब सहे कपाल। इस करके महाराज जी कहते आ समय कलयुग तो बचन दा थोड़ा समा परमात्मा के चरणों में आके उहदी उस्तत उहदी कीर्ति विच जुड़ते हाँ। इस करके आओ जिहड़े महान इतिहासक दिन चल रहे हैं पहले तो यह है श्री गुरु हरगोबिंद महाराज जी के घर दे विच सब तो छोटे सपुत्र
ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾ ਗੁਰੂ ਹਰਗੋਬਿੰਦ ਮਹਾਰਾਜ ਦੇ ਸਭ ਤੋਂ ਛੋਟੇ ਸੁਪੁੱਤਰ, ਬੀਬੀ ਬੀਰੋ ਦੇ ਭਰਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਆਗਮਨ ਪੁਰਬ ਚੱਲ ਰਿਹਾ ਹੈ। ਦੂਜੇ ਪਾਸੇ ਖਾਲਸਾ ਸਾਜਨਾ ਦਿਵਸ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਇਸ ਖਾਲਸੇ ਨੂੰ ਜਨਮ ਦੇਣ ਵਾਸਤੇ, ਇਸ ਖਾਲਸੇ ਦਾ ਨਵਾਂ ਜੀਵਨ ਬਣਾਉਣ ਵਾਸਤੇ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀ, ਕਿਰਪਾ ਕੀਤੀ। ਮਨ ਵਿੱਚ ਆਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੀਂਹ ਪੱਥਰ ਰੱਖ ਦਿੱਤੀ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਖਾਲਸੇ ਦੀ। ਉਦੋਂ ਤੋਂ ਲੈ ਕੇ ਇਸ ਖਾਲਸੇ ਨੂੰ ਪਿਉਂਦ ਚੜ੍ਹਦੀ ਗਈ। ਫਿਰ ਸਮਾਂ ਦਸਵੇਂ ਗੁਰਾਂ ਦਾ ਆ ਗਿਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਤਪ ਕਰਦੇ ਨੇ। ਕਿੱਥੇ ਹੇਮਕੁੰਟ ਪਰਬਤ ਹੈ ਜਾ ਸਪਤ ਸ੍ਰਿੰਗ ਸੋਭਤ ਹੈ ਤਾਂ। ਅਕਾਲ ਪੁਰਖ ਦੇ ਘਰ ਦੇ ਵਿੱਚ ਉਹ ਸੰਦੇਸ਼ਾ ਆ ਗਿਆ, ਇਹੋ ਜਿਹਾ ਖਾਲਸਾ ਜਿਹੜਾ ਦੁਨੀਆ ਦੇ ਨਾਲੋਂ ਵੱਖਰਾ ਹੋਵੇ, ਇਹੋ ਜਿਹਾ ਸਾਜਨਾ ਕਰੋ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਵਿੱਚ ਹੱਥ ਬੰਨ੍ਹ ਕੇ ਆਖਿਆ, ਸੱਚੇ ਪਾਤਸ਼ਾਹ ਉਹ ਖਾਲਸਾ ਕਿਹੋ ਜਿਹਾ ਹੋਵੇ। ਮਹਾਰਾਜ ਜੀ ਕਹਿੰਦੇ, ਹਰ ਹਰ ਜਨ ਦੁਇ ਕੈ ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜੋ ਤਰੰਗ ਜਿਉ ਜਲ ਹੀ ਵਿਖੈ ਸਮਾਏ। ਕਹਿੰਦੇ ਉਹੋ ਜਿਹਾ ਹੋਵੇ, ਹਰੀ ਵਰਗਾ ਹੀ ਹੋਵੇ, ਪਰਮਾਤਮਾ ਵਰਗਾ ਹੀ ਹੋਵੇ। ਸਾਰੇ ਜਿਤਨੇ ਵੀ ਹੋਏ ਨੇ ਦੇਵੀ ਦੇਵਤੇ ਸਭ ਪੂਜਿਆ ਯੋਗ ਹੈ। ਸਭ ਨੇ ਜਿੰਨੀ ਡਿਊਟੀ ਲਾਈ ਪਰਮਾਤਮਾ ਨੇ ਆਪਣੀ ਵਜਾ ਕੇ ਚਲੇ ਗਏ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਉਹ ਫਿਰ ਖਾਲਸਾ ਜਦੋਂ ਹੇਮਕੁੰਟ ਨਾਮੇ ਪਰਬਤ ਉੱਤੇ ਬੈਠ ਕੇ ਮਹਾਰਾਜ ਜੀ ਤਪ ਕਰਦੇ ਨੇ, ਉੱਥੇ ਫਿਰ ਆਪਣਾ ਸਰੂਪ ਵਿਖਾ ਦਿੱਤਾ, ਇਹੋ ਜਿਹਾ ਖਾਲਸਾ ਹੋਵੇ ਦੁਨੀਆ ਦੇ ਨਾਲੋਂ ਵੱਖਰਾ ਹੋਵੇ। ਦੁਨੀਆ ਦੇ ਲੋਕ ਜਿਹੜਾ ਨਾ ਉਹ ਹੋਰ ਕੰਮ ਕਰਦੇ ਹੋਣ ਤੇ ਗੁਰੂ ਕਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਧਿਆਨ ਕਰਕੇ ਗੁਰੂ ਘਰ ਜਾਂਦਾ ਹੋਵੇ, ਨਿਤਨੇਮ ਕਰਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਭਲੇ ਦਾ ਕੰਮ ਕਰਦਾ ਹੋਵੇ, ਕਿਸੇ ਦਾ ਭਲਾ ਕਰਦਾ ਹੋਵੇ, ਇਹੋ ਜਿਹਾ ਖਾਲਸਾ ਹੋਵੇ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਬੈਠੇ। ਅਕਾਲ ਪੁਰਖ ਨੇ ਫਿਰ ਆਕਾਸ਼ ਦੇ ਵਿੱਚ ਇਹੋ ਜਿਹਾ ਇੱਕ ਖਾਲਸਾ ਸਾਜ ਕੇ ਭੇਜਿਆ, ਜਿਹਦੇ ਬੜੇ ਸੁੰਦਰ ਵਸਤਰ ਨੇ, ਜਿਹਨੂੰ ਵਿਦਵਾਨ ਲਿਖਦਾ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਚੀ ਜਾਣੋ। ਕਹਿੰਦੇ ਉਹ ਖਾਲਸੇ ਦਾ ਇਹੋ ਜਿਹਾ ਪਾਵਨ ਪਿੱਤਰ, ਇੱਕ ਬਾਣੀ ਇੱਕ ਬਾਣਾ। ਇਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਦੇਸ਼ ਦੀ ਵਸਤੂ ਨਹੀਂ ਦਿੱਤੀ, ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੇਸ਼ ਦੀ ਵਸਤੂ ਹੈ। ਬਾਣੀ ਵੀ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਦੀ ਹੈ। ਧੰਨ ਨੇ ਸਿੱਖ ਜਿਹੜੇ ਬਾਣੀ ਪੜ੍ਹ ਕੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ। ਇੱਕ ਫਿਰ ਬਾਣਾ ਜਿਹੜਾ ਬਖਸ਼ਿਸ਼ ਕੀਤਾ, ਅੱਜ ਜਿਤਨੇ ਮਰਜ਼ੀ ਦੁਨੀਆ ਦੇ ਲੋਕ ਇਕੱਠੇ ਕਰ ਲਓ, ਸਭ ਨੂੰ ਪੁੱਛਣਾ ਪਊ ਤੇਰਾ ਕਿਹੜਾ ਧਰਮ ਹੈ, ਪਰ ਇੱਕੋ ਇੱਕ ਖਾਲਸੇ ਨੂੰ ਨਹੀਂ ਪੁੱਛਣਾ ਪੈਂਦਾ। ਜਦੋਂ ਉਹਦੇ ਸੰਪੂਰਨ ਬਾਣਾ ਪਾਇਆ ਹੋਵੇ ਤੇ ਫਿਰ ਦੁਨੀਆ ਦੇ ਲੋਕ ਹੱਥ ਬੰਨ੍ਹ ਕੇ ਕਹਿੰਦੇ ਤਾਂ ਖਾਲਸਾ ਹੈ। ਖਾਲਸੇ ਮੈਂ ਹੂੰ ਕਰੂ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ। ਤੇ ਆਹ ਦਿਨ ਚੱਲ ਰਹੇ ਸਨ। ਭਾਵੇਂ ਵਿਚਾਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਰੰਭ ਕਰਨੀ ਸੀ ਆਪਾਂ ਸਾਰਿਆਂ ਨੇ ਰਲ ਮਿਲ ਕੇ। ਚਲੋ ਇਹਨਾਂ ਦਿਨਾਂ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਆਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਿੱਤਰ ਸਰੂਪ ਉਚਾਰਨ ਕੀਤਾ ਬਾਜਾਂ ਵਾਲੇ ਨੇ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦੇ ਵਿੱਚ ਇਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਉਚਾਰਨ ਕੀਤਾ। ਸਿੱਖਾਂ ਨੇ ਕਿਹਾ, ਮਹਾਰਾਜ ਆਪ ਜੀ ਕਹਿੰਦੇ ਸੀ ਬਾਣੀ ਸ਼ੁੱਧ ਪੜ੍ਹੈ ਗੁਰੂ ਕੇਰੀ, ਕਿਰਪਾ ਕਰੋ ਸ਼ੁੱਧ ਬਾਣੀ ਪੜ੍ਹਾ ਦਿਓ।
ਅੱਜ ਸ਼ੁੱਧ ਬਾਣੀ ਕੇਵਲ ਤੇ ਕੇਵਲ ਮੈਂ ਬਹੁਤ ਪਿੱਛੇ ਤੋਂ ਚਰਚਾ ਕਰਦਾ ਆ ਰਿਹਾ ਵੀ ਟਕਸਾਲਾਂ ਦੇ ਵਿੱਚ ਹੀ ਰਹਿ ਗਈ ਐ। ਇਸ ਤਰ੍ਹਾਂ ਨਹੀਂ ਵੀ ਮੋਬਾਈਲ ਤੇ ਪੜ੍ਹ ਲਿਆ, ਮੋਬਾਈਲ ਸਾਡਾ ਗੁਰੂ ਬਣ ਗਿਆ, ਨਹੀਂ। ਕਿਸੇ ਨਾ ਕਿਸੇ ਕੋਲੋਂ ਬਾਣੀ ਸਿੱਖਣ ਵਾਸਤੇ ਉਹਦੇ ਕੋਲੇ ਕਲਾਸ, ਉਹਨੂੰ ਉਸਤਾਦ ਧਾਰਨ ਦੀ ਲੋੜ ਪੈਂਦੀ ਹੈ। ਕੋਈ ਵੀ ਕੰਮ ਸਿੱਖਣਾ ਹੋਵੇ ਉਸਤਾਦ ਦੀ ਜ਼ਰੂਰ ਲੋੜ ਪੈਂਦੀ ਹੈ। ਸਾਡੇ ਛੋਟੇ ਬੱਚੇ ਨੇ, ਉਹਨਾਂ ਨੂੰ ਵੀ ਉਸਤਾਦ ਦੀ ਲੋੜ ਪੈਂਦੀ ਹੈ। ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ ਬਾਤ ਤੇ ਉਹਨਾਂ ਨੂੰ ਮਾਸਟਰ ਦੀ ਜ਼ਰੂਰ ਲੋੜ ਪੈਂਦੀ ਹੈ। ਹੁਣ ਪੜ੍ਹੇ ਹੋਏ ਤਾਂ ਮਾਪੇ ਘਰ ਵਿੱਚ ਵੀ ਬਹੁਤ ਨੇ, ਬੜੇ ਐਸੇ ਜਿਹੜੇ ਮਾਪੇ ਨੇ ਉਹ ਚੰਗੀ ਨੌਲੇਜ ਰੱਖਣ ਵਾਲੇ ਨੇ, ਚੰਗੇ ਪੜ੍ਹੇ ਲਿਖੇ ਨੇ, ਉਹ ਪਰ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਕਿਉਂ ਨਹੀਂ ਪੜ੍ਹਾਉਂਦੇ? ਉਹਨਾਂ ਵਾਸਤੇ ਵੀ ਮਾਸਟਰ ਦੀ ਇੱਕ ਲੋੜ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਕਥਾ ਕੀਰਤਨ ਬਾਣੀ ਪੜ੍ਹਨ ਵਾਸਤੇ, ਸੁਣਨ ਵਾਸਤੇ ਕਿਸੇ ਚੰਗੇ ਮਾਸਟਰ ਦੀ, ਚੰਗੇ ਜਿਹੜਾ ਕੋਈ ਇੰਜੀਨੀਅਰ ਹੈ, ਕੋਈ ਚੰਗਾ ਗ੍ਰੰਥੀ ਹੈ, ਕੋਈ ਚੰਗਾ ਵਧੀਆ ਵਿਦਵਾਨ ਸੱਜਣ ਆ, ਉਹਦੀ ਲੋੜ ਜ਼ਰੂਰ ਪੈਂਦੀ ਹੈ। ਕਰਕੇ ਆਓ। ਫਿਰ ਟਕਸਾਲ ਇਹ ਬਣਾ ਦਿੱਤੀ ਬਾਜਾਂ ਵਾਲੇ ਨੇ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਹ ਦਿਨਾਂ ਦੀ ਗੱਲ ਮੈਂ ਕਰ ਰਿਹਾ ਜਿਹੜੀ ਅੱਜ ਚੱਲ ਰਹੇ ਹਨ। ਡੱਲੇ ਸਰਦਾਰ ਦੇ ਨਾਲ ਬੜੀ ਵਾਰਤਾਲਾਪ ਹੋਈ। ਡੱਲੇ ਨੇ ਮਹਾਰਾਜ ਦਾ ਬਹੁਤ ਸਤਿਕਾਰ ਕਰਿਆ। ਸੱਚਾ ਪਾਤਸ਼ਾਹ ਕਿਰਪਾ ਕਰ ਦਿੰਦੇ, ਜੇ ਤੁਸੀਂ ਮੈਨੂੰ ਇੱਕ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਯਾਦ ਕਰ ਲੈਂਦੇ ਨਾ, ਮੈਂ ਤੁਹਾਡੇ 4 ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣ ਦਿੰਦਾ। ਮਹਾਰਾਜ ਕਹਿਣ ਲੱਗੇ, ਡੱਲਿਆ ਤੇਰਾ ਪਿਆਰ ਸਹੀ ਹੈ ਬਈ, ਪਰ ਇਹ ਹੋ ਕੇ ਰਹਿਣਾ ਸੀ। ਨਹੀਂ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਇੱਕ ਵਾਰੀ ਯਾਦ ਤਾਂ ਕਰਦੇ ਨਾ ਕਿਰਾਂ। ਡੱਲੇ ਨੇ ਬੜੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ। ਬੰਦੂਕ ਲਿਆ ਕੇ ਮਿਸਤਰੀ ਨੇ ਚਰਨਾਂ ਵਿੱਚ ਰੱਖ ਦਿੱਤੀ। ਡੱਲਿਆ, ਮੈਂ ਹੁਣ ਕਮਰ ਕੱਸਾ ਵਧਾ ਦਿੱਤਾ, ਮੈਂ ਹੁਣ ਜਿਹੜੇ ਨੇ ਜੰਗ ਯੁੱਧ ਨਹੀਂ ਕਰਨੇ ਹੈ। ਕਹਿੰਦੇ ਸ਼ਸਤਰ ਜਿਹੜਾ ਰੱਖਣਾ ਕੋਲੇ ਉਹ ਪਰਖ ਕੇ ਰੱਖਣਾ ਚਾਹੀਦਾ ਹੈ ਸ਼ਸਤਰ ਨੂੰ। ਤੇ ਮਹਾਰਾਜ ਜੀ ਕਹਿੰਦੇ, ਜਹੀ ਹੈ ਹਮਾਰੇ ਪੀਰ, ਇਹ ਸ਼ਸਤਰ ਮੇਰੇ ਪੀਰ ਵੀ ਨੇ। ਡੱਲਿਆ, ਲਿਆ ਕੋਈ ਤੇਰਾ ਇੱਕ ਅੱਧਾ ਬੰਦਾ ਤੇ ਜਿਹਦੇ ਉੱਤੇ ਆਪਾਂ ਗੋਲੀ ਦਾ ਨਿਸ਼ਾਨਾ ਪਰਖ ਕੇ ਵੇਖ ਲਈਏ ਤੇ ਫਿਰ ਇਹ ਸ਼ਸਤਰ ਹੈ। ਹੁਣ ਮੈਂ ਜੰਗ ਯੁੱਧ ਤਾਂ ਨਹੀਂ ਕਰਦਾ, ਕਮਰ ਕੱਸਾ ਵਧਾ ਦਿੱਤਾ। ਡੱਲਾ ਭੱਜ ਕੇ ਆਪਣੇ ਜਿਤਨੇ ਵੀ ਉਹ ਸਿਪਾਹੀ ਸਨ ਕੋਲੇ ਰੱਖੇ ਹੋਏ, ਵੱਡੇ ਵੱਡੇ ਜਰਨੈਲ ਰੱਖੇ ਹੋਏ ਸਨ, ਸਭ ਦੇ ਕੋਲੇ ਗਿਆ। ਉਹ ਕਲਗੀਧਰ ਪਾਤਸ਼ਾਹ ਮੱਝ ਨੇ ਨਿਸ਼ਾਨਾ ਪਰਖਣਾ, ਇੱਕ ਕੋਈ ਹੈ ਤੁਹਾਡੇ ਵਿੱਚੋਂ ਜਿਹੜਾ ਮਰ ਦੇ ਨਿਸ਼ਾਨੇ ਦੇ ਅੱਗੇ ਆ ਜਾਵੇ? ਸਾਰੇ ਮੁੱਕਰ ਗਏ। ਕਹਿਣ ਲੱਗੇ, ਇਸ ਤਰ੍ਹਾਂ ਨਹੀਂ ਸਾਥੋਂ ਮਰਿਆ ਜਾਂਦਾ। ਤੇ ਧੰਨ ਸੀ ਭਾਈ ਡੱਲਾ, ਸਾਰਿਆਂ ਕੋਲੇ ਗਿਆ। ਸ਼ਾਮ ਤੱਕ ਵਾਪਸ ਮੁੜ ਕੇ ਸੱਚੇ ਪਾਤਸ਼ਾਹ ਕੋਈ ਨਹੀਂ ਮੰਨਿਆ ਹੈ ਇਸ ਤਰ੍ਹਾਂ ਮਰਨ ਵਾਸਤੇ। ਮਾਰੇ ਕਹਿਣ ਲੱਗੇ, ਡੱਲਿਆ ਫਿਰ ਤੂੰ ਖੜ ਜਾ। ਧੰਨ ਫਿਰ ਡੱਲੇ ਨੇ ਹੱਥ ਬੰਨ੍ਹ ਕੇ ਆਖਿਆ, ਸੱਚੇ ਪਾਤਸ਼ਾਹ ਇਸ ਤਰ੍ਹਾਂ ਤਾਂ ਮੈਥੋਂ ਵੀ ਨਹੀਂ ਮਰਿਆ ਜਾਂਦਾ ਹੈ। ਕਿਉਂ? ਗੁਰੂ ਤੋਂ ਬੇਮੁਖ ਸੀ, ਅੰਮ੍ਰਿਤ ਨਹੀਂ ਸੀ ਛਕਿਆ ਡੱਲੇ ਦਾ। ਜਿਸ ਦਾ ਅੰਮ੍ਰਿਤ ਛਕਿਆ ਉਹ ਤਾਂ ਬਸ ਪਹਿਲੇ ਹੀ ਇਹੀ ਸ਼ਬਦ ਕਹਿੰਦਾ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ। ਧੰਨ ਭਾਈ ਡੱਲੇ ਨੇ ਕਿਹਾ, ਸੱਚੇ ਪਾਤਸ਼ਾਹ ਇਸ ਤਰ੍ਹਾਂ ਤਾਂ ਮੈਨੂੰ ਵੀ ਮਰਨਾ ਔਖਾ ਹੈ। ਜੰਗਾਂ ਯੁੱਧਾਂ ਵਿੱਚ ਦੇਖ ਲਿਓ, ਜਦੋਂ ਮਰਜੀ ਜਿੱਥੇ ਮਰਜੀ ਮੈਂ ਸਾਨੂੰ ਬੁਲਾ ਲਿਓ ਜੰਗਾਂ ਯੁੱਧਾਂ ਦੇ ਵਿੱਚ, ਉੱਥੇ ਅਸੀਂ ਤੁਹਾਤੋਂ ਅੱਗੇ ਹੋ ਕੇ ਲੜਾਂਗੇ। ਫਿਰ 2 ਸਿੱਖ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ ਸਾਹਮਣੇ ਘੋੜਿਆਂ ਵਾਲੇ ਤਬੇਲੇ ਵਿੱਚ ਉਹ ਜਿਹੜੀ ਹੈ ਨਾ ਸੇਵਾ ਕਰਦੇ ਨੇ ਘੋੜਿਆਂ ਦੀ, ਆਵਾਜ਼ ਦਿੱਤੀ। ਮਰਜ ਨੇ ਥੋੜੀ ਜੀ ਗੱਜ ਕੇ ਆਵਾਜ਼ ਦਿੱਤੀ, ਜਾਓ ਘੋੜਿਆਂ ਵਾਲੇ ਤਬੇਲੇ ਵਿੱਚ ਬਾਬਾ ਵੀਰ ਸਿੰਘ, ਧੀਰ ਸਿੰਘ ਨੇ ਉਹਨਾਂ ਕੋਲ ਜਾ ਕੇ ਸਾਡਾ ਸੰਦੇਸ਼ਾ ਸੁਣਾ ਦਿਓ। ਓਏ ਉਹ ਦੋਨੋਂ ਆ ਜਾਣਗੇ, ਨਿਸ਼ਾਨਾ ਅਸੀਂ ਇੱਕ ਪਰਖਣਾ ਹੈ। ਦੋਨੋਂ ਪਿਓ ਤੇ ਪੁੱਤਰਾਂ ਨੂੰ ਆਵਾਜ਼ ਸੁਣ ਗਈ। ਦਸਤਾਰ ਬੰਨ ਰਹੇ ਨੇ ਪੁੱਤਰ ਦਸਤਾਰ ਬੰਨ ਲਿਆ ਤੇ ਪਿਤਾ ਨੇ ਬੰਨ ਲਈ ਦਸਤਾਰ। ਆਵਾਜ਼ ਕੰਨਾਂ ਵਿੱਚ ਪੈ ਗਈ ਤੇ ਦੋਨੋਂ ਪੁੱਤਰ ਨੇ ਦਸਤਾਰ ਚੁੱਕ ਲਈ ਤੇ ਪਿਤਾ ਵੀ ਨਾਲ ਨਾਲ ਤੁਰਿਆ ਆਉਂਦਾ। ਡੱਲੇ ਨੇ ਕਿਹਾ ਜਾ ਕੇ, ਤੁਹਾਨੂੰ ਗੁਰੂ ਸਾਹਿਬ ਯਾਦ ਕਰਦੇ ਨੇ। ਡੱਲਿਆ, ਸਾਨੂੰ ਆਵਾਜ਼ ਤਾਂ ਸੁਣ ਗਈ, ਅਸੀਂ ਚੱਲਦੇ ਹਾਂ। ਤੇ ਡੱਲੇ ਨੇ ਅੱਗੋਂ ਕਿਹਾ, ਗੱਲ ਸੁਣ ਲਓ। ਉਹ ਗੁਰੂ ਦੇ ਹੱਥ ਦੇ ਵਿੱਚ ਬੰਦੂਕ ਬੜੀ ਹੈ। ਭਾਈ ਲਾਲ ਚੰਦ ਨੇ ਬੰਦੂਕ ਲਿਆ ਕੇ ਰੱਖੀ ਹੈ, ਤੋੜੇਦਾਰ ਬੰਦੂਕ ਹੈ। ਉਹ ਮਹਾਰਾਜ ਜੀ ਤਿਆਰ ਕਰੀ ਬੈਠੇ ਨੇ ਨਿਸ਼ਾਨਾ ਪਰਖਣਾ। ਇੱਕ ਤੁਸੀਂ 2 ਭੱਜੇ ਜਾਂਦੇ ਹੋ। ਤੇ ਦੋਨਾਂ ਨੇ ਕਿਹਾ, ਪਿਤਾ ਕਹਿਣ ਲੱਗਿਆ ਪਹਿਲਾਂ ਮੈਨੂੰ ਆਵਾਜ਼ ਸੁਣੀ ਹੈ, ਤੇ ਪੁੱਤਰ ਕਹਿਣ ਲੱਗਿਆ ਪਹਿਲਾਂ ਮੈਨੂੰ ਆਵਾਜ਼ ਸੁਣੀ ਹੈ।
ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਿੱਤਰ ਹਸਤ ਕਮਲਾਂ ਦੇ ਵਿੱਚੋਂ ਗੋਲੀ ਚੱਲੇ, ਸਾਡੀ ਛਾਤੀ ਦੇ ਵਿੱਚ ਦੀ ਲੰਘ ਜਾਵੇ ਤੇ ਸਾਨੂੰ ਮੁਕਤੀ ਮਿਲ ਜੂ। ਮੁਕਤੀ ਆ ਸਮੇਂ ਨੂੰ ਦੇਖਦਿਆਂ ਬੜਾ ਸਮਾਂ ਸਾਨੂੰ ਹੋ ਗਿਆ ਵੀ ਕਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਿਹਰ ਦੀ ਨਿਗਾਹ ਸਾਡੇ ਉੱਤੇ ਪਵੇ। ਤੇ ਦੋਨੋਂ ਸਿੱਖ ਭੱਜੇ ਆਉਂਦੇ ਨੇ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਲੈਂਦੇ ਕਿਉਂ ਡਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਲੈਂਦੇ ਕਿਉਂ ਡਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ। ਸਤਿਗੁਰ ਹੱਥੋਂ ਮਰੀਏ ਜੀ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ। ਸਤਿਗੁਰ ਹੱਥੋਂ ਮਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ। ਸਤਿਗੁਰ ਹੱਥੋਂ ਮਰੀਏ, ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ। ਜੇ ਸਤਿਗੁਰ ਹੱਥੋਂ ਮਰੀਏ ਜੀ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ। ਸਤਿਗੁਰ ਹੱਥੋਂ ਮਰੀਏ, ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ। ਸਤਿਗੁਰ ਹੱਥੋਂ ਮਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ। ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਾ ਇਸ ਦੇਹ ਸੁਨੇਹਾ ਸੁਣਾ ਰਿਹਾ ਬਾਬੇ ਵੀਰ ਸਿੰਘ ਧੀਰ ਸਿੰਘ ਨੂੰ, ਤੇ ਧੰਨ ਗੁਰੂ ਕੇ ਸਿੱਖ ਦੋਨੋਂ ਭੱਜੇ ਆਉਂਦੇ ਨੇ। ਡੱਲਾ ਵੇਖ ਕੇ ਹੈਰਾਨ ਹੋ ਗਿਆ, ਉਹ ਸੁਣਿਆ ਤਾਂ ਜ਼ਰੂਰ ਸੀ ਪਰ ਆ ਤਾਂ ਦੇਖੋ ਅੱਜ ਪ੍ਰਤੱਖ ਸਾਹਮਣੇ ਵਿਖ ਰਿਹਾ ਹੈ। ਤੇ ਜਿਵੇਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਬਚਿੱਤਰ ਸਿੰਘ ਜੀ ਲੰਗਰ ਮਸਤਾਨਾ ਹੋ ਗਿਆ। ਪਹਾੜੀਆਂ ਨੇ ਕਿਹਾ ਇਉਂ ਕਰੋ, ਗੜੀ ਦਾ ਦਰਵਾਜ਼ਾ ਤੋੜ ਦਿਓ। ਮਸਤ ਹਾਥੀ ਨੂੰ 7 ਤਵੇ ਬੰਨ ਕੇ ਭਾਈ ਬਚਿੱਤਰ ਸਿੰਘ ਅੱਗੋਂ ਤਿਆਰ ਕਰ ਦਿੱਤਾ। ਪਹਾੜੀਆਂ ਨੇ ਮੱਟਾਂ ਦੇ ਮੱਟ ਭਰ ਕੇ ਸ਼ਰਾਬ ਦੇ ਪਿਲਾ ਦਿੱਤੇ। ਉਸ ਸਾਥੀ ਨੂੰ 7 ਤਵੇ ਹਾਥੀ ਦੇ ਮੱਥੇ ਉੱਤੇ ਬੰਨ ਦਿੱਤੇ। ਰਾਤ ਦਾ ਸਮਾਂ ਹੋਇਆ, ਜਦੋਂ ਕਲਗੀਧਰ ਪਾਤਸ਼ਾਹ ਮੱਝ ਨੂੰ ਸੂਹ ਮਿਲੀ, ਕਹਿੰਦੇ ਜੀ ਜਿਹੜੇ ਪਹਾੜੀ ਰਾਜੇ ਨੇ ਨਾ, ਉਹ ਇੱਕ ਮਸਤ ਹਾਥੀ ਨੂੰ ਲਿਆ ਰਹੇ ਨੇ। ਸੁਬਹ ਅੰਮ੍ਰਿਤ ਵੇਲੇ ਇਸ ਕਿਲੇ ਦਾ ਗੇਟ ਤੋੜ ਦੇਣ, ਅੰਦਰੋਂ ਹੱਥੋਂ ਹੱਥੀ ਆਪਾਂ ਨੂੰ ਫੜ ਲੈਣਗੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਉਹਨਾਂ ਨੇ ਹਾਥੀ ਲਿਆਂਦਾ ਸਾਡੇ ਕੋਲੇ ਵੀ ਇੱਕ ਹਾਥੀ ਹੈ। ਕੌਣ? ਭਾਈ ਦੁਨੀ ਚੰਦ ਜੀ। ਲੰਗਰ ਦੇ ਸਾਰੇ ਬਚਦੇ ਪ੍ਰਸ਼ਾਦੇ ਉਹੀ ਛਕਦਾ ਹੈ। ਸੁਬਹ ਅੰਮ੍ਰਿਤ ਵੇਲੇ ਉਹਦੇ ਨਾਲ ਹਾਥੀ ਦਾ ਮੁਕਾਬਲਾ ਕਰਾ ਦਿਆਂਗੇ। ਉਹ ਡਰ ਗਿਆ, ਮਹਾਰਾਜ ਜੀ ਮੈਥੋਂ ਜਿਹੜਾ ਨਾ ਮੈਨੂੰ ਮਰਵਾਉਣਾ ਚਾਹੁੰਦੇ ਨੇ ਹਾਥੀ ਦੇ ਅੱਗੇ ਸੁੱਟ ਕੇ। ਤੇ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਭੱਜਣ ਲੱਗਿਆ, ਡਿੱਗਦੇ ਦੀ ਲੱਤ ਟੁੱਟ ਗਈ। ਉੱਥੇ ਜਿਹੜਾ ਉਹ ਤੜਫ ਕੇ ਮਰ ਗਿਆ। ਤੇ ਵਿਦਵਾਨ ਲਿਖਦਾ, ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ। ਸੁਬਹ ਅੰਮ੍ਰਿਤ ਵੇਲਾ ਹੋਇਆ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦਰਬਾਰ ਸਜਿਆ। ਮਹਾਰਾਜ ਤੁਹਾਡਾ ਦੁਨੀ ਚੰਦ ਤਾਂ ਰਾਤ ਭੱਜ ਗਿਆ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਾਡੇ ਕੋਲੇ ਹੋਰ ਵੀ ਹੈਗਾ। ਉਹ ਕੌਣ ਹੈ? ਭਾਈ ਬਚਿੱਤਰ ਸਿੰਘ ਜੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇ ਦਿੱਤਾ। ਆਪਣੇ ਪਾਵਨ ਪਿੱਤਰ ਹਸਤ ਕਮਲਾਂ ਦੀ ਨਾਗਣੀ ਦੇ ਦਿੱਤੀ। ਤੇ ਦੇਖੋ ਢਿੱਡ ਤੋਂ ਵੀ ਭੁੱਖੇ ਸੀ, ਪਰ ਫਿਰ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਹੋ ਕੇ ਜੰਗ ਯੁੱਧ ਕਰ ਰਹੇ ਸੀ। ਤੇ ਉਧਰ ਤਾਂ ਉਹ ਚੀਜ਼ ਦਾ ਵਰਣਨ ਕਰਦਾ ਵਿਦਵਾਨ, ਤੇ ਇਧਰੋਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਬੈਠੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਦੀ ਪਰਖ ਕਰ ਰਹੇ ਨੇ। ਇਧਰ ਭਾਈ ਬਚਿੱਤਰ ਸਿੰਘ ਦੀ ਪਰਖ ਹੋ ਰਹੀ ਹੈ। ਤੇ ਵਿਦਵਾਨ ਬੜਾ ਸੁੰਦਰ ਲਿਖਦਾ, ਉਹ ਕਹਿੰਦੇ ਜੀ, 5 ਘੁੱਟ ਪੀ ਕੇ ਤੇਰੇ ਵਾਟੇ ਚੋਂ ਪ੍ਰੇਮ ਵਾਲੇ, ਵਾਟੇ ਚੋਂ ਪ੍ਰੇਮ ਵਾਲੇ, ਪੂਰ ਮਾਰ ਨੂੰ ਡਰਾਵੇ ਤੇਰਾ ਖਾਲਸਾ।
ਇੱਕ ਮੁੱਠ ਛੋਲਿਆਂ ਦੀ ਲੈ ਕੇ ਤੇਰੇ ਲੰਗਰਾਂ ਚੋਂ, ਲੈ ਕੇ ਤੇਰੇ ਲੰਗਰਾਂ ਚੋਂ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਜੇ ਵੀ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ, ਪਰਖਣੇ ਦੀ ਲੋੜ ਪੈ ਜੇ, ਅੱਗੇ ਹੋ ਕੇ ਸਾਥੀਆਂ ਨੂੰ ਢਾਵੇ ਤੇਰਾ ਖਾਲਸਾ। ਤੇਰੇ ਦਰਬਾਰ ਦੀਆਂ ਭੌਕਰਾਂ ਨੂੰ ਰਾਜ ਜਾਣੇ, ਭੌਕਰਾਂ ਨੂੰ ਰਾਜ ਜਾਣੇ, ਭੌਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਕਲਗੀਧਰ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ। ਇੱਧਰ ਫਿਰ ਭਾਈ ਬਚਿੱਤਰ ਸਿੰਘ ਇੱਕ ਮੁੱਠ ਛੋਲਿਆਂ ਦੀ ਲੈ ਕੇ ਤੇਰੇ ਲੰਗਰਾਂ ਚੋਂ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਹਾਥੀ ਦਾ ਮੁਕਾਬਲਾ ਕਿਹਨੇ ਕਰਾਇਆ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿਰ ਤੇ ਬੇਰ ਭਰਿਆ ਹੱਥ ਰੱਖਿਆ। ਇੱਧਰ ਫਿਰ ਦੋਨੋਂ ਖਾਲਸੇ ਭੱਜੇ ਆਉਂਦੇ ਨੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜਾ ਮਾਣ ਦਿੱਤਾ। ਸੇਵਾ ਕਿਹੜੀ ਹੈ? ਘੋੜਿਆਂ ਦੀ ਲਿੱਦ ਚੱਕਦੇ ਨੇ। ਜਦੋਂ ਨਵਾਬ ਕਪੂਰ ਸਿੰਘ ਜੀ ਵੇਲੇ ਨਵਾਬੀ ਦਾ ਰੌਲਾ ਪੈ ਗਿਆ, ਜੰਗ ਜਿੱਤ ਲਿਆ ਵੀ ਹੁਣ ਨਵਾਬ ਕਿਹਨੂੰ ਬਣਾਈਏ। ਸਭ ਨੇ ਆਪਸ ਵਿੱਚ ਆਪੋ ਆਪਣੇ ਵਿਚਾਰ ਦੱਸੇ, ਸਭ ਪਿੱਛੇ ਹੋ ਗਏ ਵੀ ਸਾਨੂੰ ਕੋਈ ਨਵਾਬੀ ਦੀ ਲੋੜ ਨਹੀਂ ਹੈ। ਫਿਰ ਸਰਦਾਰ ਕਪੂਰ ਸਿੰਘ ਜੀ ਉਹਨਾਂ ਦਾ ਨਾਮ ਸੀ, ਘੋੜਿਆਂ ਦੀ ਲਿੱਦ ਦੀ ਸੇਵਾ ਕਰਦੇ ਨੇ। ਸਾਰੀਆਂ ਬਾਹਾਂ ਲਿਬੜੀਆਂ ਪਈਆਂ ਨੇ, ਲੱਤਾਂ ਲਿਬੜੀਆਂ ਪਈਆਂ ਨੇ। ਪੰਥ ਨੇ ਫੈਸਲਾ ਕਰਿਆ ਸਰਦਾਰ ਕਪੂਰ ਸਿੰਘ ਨੂੰ ਬੁਲਾਇਆ ਜਾਵੇ। ਪੰਥ ਦੇ ਅੱਗੇ ਸਰਦਾਰ ਕਪੂਰ ਸਿੰਘ ਜੀ ਹੱਥ ਪੈਰ ਧੋ ਕੇ ਗਲ ਵਿੱਚ ਪਰਨਾ ਪਾ ਕੇ ਆ ਕੇ ਖੜ ਗਏ। ਕੀ ਹੁਕਮ ਹੈ ਮੈਨੂੰ ਖਾਲਸੇ ਦਾ? ਕਹਿਣ ਲੱਗੇ ਨਵਾਬੀ ਦਾ ਰੌਲਾ ਪਿਆ, ਭਾਵ ਪ੍ਰਧਾਨਗੀ ਦਾ ਕਹਿ ਲਓ ਛੋਟੇ ਸ਼ਬਦਾਂ ਵਿੱਚ। ਇਹ ਤੁਹਾਨੂੰ ਬਣਾਉਣਾ ਹੈ। ਨਵਾਬ ਕਪੂਰ ਸਿੰਘ ਜੀ ਉੱਚੀ ਉੱਚੀ ਰੋਣ ਲੱਗ ਪਏ। ਉਹ ਮੇਰੇ ਮਸਾਂ ਜਿਹੜੀ ਆ ਸੇਵਾ ਹੱਥਾਂ ਵਿੱਚ ਆਈ ਹੈ ਤੇ ਇਹ ਕੰਮ ਮੈਥੋਂ ਨਹੀਂ ਹੋਣਾ ਹੈ। ਪੰਥ ਨੇ ਫੇਰ ਕਿਹਾ, ਫੇਰ ਜਵਾਬ ਦੇਤਾ। ਤੀਸਰੀ ਵਾਰੀ ਜਦੋਂ ਕਿਹਾ ਨਾ, ਫਿਰ ਸਰਦਾਰ ਕਪੂਰ ਸਿੰਘ ਨੇ ਕਿਹਾ ਮੈਂ ਨਵਾਬੀ ਕਰ ਲੂੰਗਾ ਜ਼ਰੂਰ, ਪਰ ਸ਼ਰਤ ਇੱਕ ਹੈ। ਕਿਹੜੀ? ਮੈਥੋਂ ਘੋੜਿਆਂ ਦੀ ਜਿਹੜੀ ਮੈਂ ਲਿੱਦ ਚੁੱਕਦਾ ਇਹ ਸੇਵਾਰਾ ਮੈਥੋਂ ਖੋਹੀ ਜਾਊ। सेवा को दोए भले को संत इक राम, राम जो दाता भुगत को संत जपावे नाम। फिर सरदार कपूर सिंह सी ना सी उन्हां दा सरदार कपूर सिंह जी, पर खालसे ने इकट्ठे होकर गल विच रुपा पा दिता ते कह दिता जितो तुसी जिहड़ा ना नवाब हो, नवाब भाव जथेदार बड़ा उहदा होर कह लो कोई, चलो वो कहने लगे मैनू मंजूर है, खालसे का हुक्म नहीं मैं मोड़दा, पर मैनू अज तो भावे अहुदा मेरे नाल ला दो, नवाब सरदार कपूर सिंह जी कह दो, पर मैं सेवा नहीं ये छड़दा। हाँ सेवा देश की जिंदड़ी बड़ी औखी गल्लां करनियां ढेर सुखलियां ने, जिन्हां दे सेवा विच पैर पाए उन्हां लख मुसीबतां चलियां ने। इस करके आओ अज 8 तरीक हो गई, 8 अप्रैल 13 अप्रैल खालसे का जन्म दिन है। उस आनंदपुर साहब की ठेरी उत्ते तेग विचों पैदा होया, गात्रे च तेग रखे,
ਇਹ ਪਹਿਲਾ ਸੀ। ਉਦੋਂ ਪਹਿਲਾਂ ਵਿਸਾਖੀ ਦਾ ਦਿਹਾੜਾ ਮਨਾਇਆ ਜਦੋਂ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਹੋਈ। ਗੁਰੂ ਅਮਰਦਾਸ ਮਹਾਰਾਜ ਬੌਲੀ ਦੀ ਸੇਵਾ ਕਰਵਾ ਰਹੇ ਨੇ। ਬੌਲੀ ਦਾ ਕੜ ਨਹੀਂ ਟੁੱਟ ਰਿਹਾ। ਬੌਲੀ ਦਾ ਕੜ ਭੰਨਣ ਵਾਸਤੇ ਫਿਰ ਇੱਕ 54ਵਾਂ ਸਰਦਾਰ ਜਿਹੜਾ ਉਹ ਸਿੱਖ ਚੁਣਿਆ। ਕੌਣ? ਜਿਹਦਾ ਨਾਮ ਸੀ ਭਾਈ ਮਾਣਕ ਚੰਦ ਜੀ। ਭਾਈ ਮਾਣਕ ਚੰਦ ਨੂੰ ਅੱਗੇ ਲਾ ਕੇ ਫਿਰ ਬੌਲੀ ਦਾ ਕੜ ਭੰਨਿਆ। ਸੰਗਤਾਂ ਨੇ ਜਲ ਛਕਿਆ, ਉਸ ਬੌਲੀ ਵਿੱਚ ਇਸ਼ਨਾਨ ਕੀਤਾ। ਉਹ ਫਿਰ ਜਿਹੜਾ ਦਿਨ ਸੀ ਉਹ ਵੀ ਵਿਸਾਖੀ ਦਾ ਸੀ। ਜਦੋਂ ਖਾਲਸੇ ਦਾ ਜਨਮ ਹੋਇਆ ਉਸ ਵਕਤ 13 ਅਪ੍ਰੈਲ 1699 ਦੀ ਵਿਸਾਖੀ, ਜਦੋਂ ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੀਜੀ ਵਾਰੀ ਵਿਸਾਖੀ ਦਾ ਦਿਹਾੜਾ ਮਨਾਇਆ। ਆ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜਿਹਨੂੰ ਚੌਥਾ ਤਖਤ ਹੋਣ ਦਾ ਮਾਣ ਪ੍ਰਾਪਤ ਹੋਇਆ, ਇਹ ਸਾਡੇ ਨੇੜੇ ਹੈ। ਇੱਥੇ ਬਹੁਤ ਇਹ ਫਿਰ ਇੱਥੇ ਆ ਕੇ ਮਹਾਰਾਜ ਨੇ ਕਮਰ ਕਸਾ ਵਧਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨ ਜਿਹੜਾ ਸਰੂਪ ਲਿਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਪਾਰ ਬਖਸ਼ਿਸ਼ ਕੀਤੀ। ਇਹ ਦਿਨ ਵੀ ਵਿਸਾਖੀ ਦਾ ਸੀ। ਇਸ ਕਰਕੇ 13 ਅਪ੍ਰੈਲ ਦੀ ਵਿਸਾਖੀ ਦਾ ਦਿਨ ਆ ਰਿਹਾ ਹੈ। ਵੱਧ ਚੜ ਕੇ ਸੰਗਤਾਂ ਹਾਜ਼ਰੀ ਭਰ ਕੇ ਗੁਰੂਆਂ ਦੀਆਂ ਖੁਸ਼ੀਆਂ ਲੈਣੀਆਂ ਨੇ। ਰਾਮਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਆਨੰਦ ਪਿਆ ਮੇਰੀ ਮਾਏ। ਪਾਇਆ ਸਹਿਜ ਸਿੱਧੀ ਮਨ ਵਜੀਆਂ ਬੋਦਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ। ਸਭ ਤੋਤਾ ਗਾਵੋ ਹਰੀ ਤੇਰਾ ਮਨ ਜੀ ਵਸਾਇਆ। ਨਾਨਕ ਨੰਦ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਸਦਾਰ ਹੋਰ ਨਾਲੇ ਰੋ ਤੁਮ ਮਨ ਮੇਰੇ ਦੁਖ ਸਭ ਵਿਸਾਰਨ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਵਿਵਾਰਨਾ। ਅਗਲਾ ਸਮਰੱਥ ਸੁਆਮੀ ਸ਼ੋਕ ਮਨੋ ਵਿਸਾਰੇ। ਨਾਨਕ ਮਨ ਮੇਰੇ ਲਗਾਰੋ ਹਰ ਨਾਲੇ। ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸਪਾਵਲੇ। ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕਾ ਮਨ ਵਸਿਆ ਬਾਜੇ ਜਗਤ ਕਨੇਰੇ। ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਤਿਨਾਮ ਮੇਰਾ ਆਧਾਰ ਰਾਜ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਪ੍ਰਸਾਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਜਾਈਆਂ। ਆ ਗੁਰਬਾਨ ਗੀਤਾ ਗੁਰ ਬਿਟੋ ਜਿਸੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ। ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਲਿਖ ਕਰ ਸੁਭਾਗੈ। ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਜ ਦੂਤ ਦੂਤ ਵਸਤ ਕੀਤੇ ਗਾਰ ਗੰਡਕ ਮਾਰਿਆ। ਗਾਇਆ ਜਿਨ ਕੋ ਸੇਨਾ ਮਰ ਕੇ ਲਾਗੇ। ਕਹਿ ਨਾਨਕ ਤੈ ਜੁਗ ਹੋਆ ਜਿਸ ਕਰ ਅਨਾਦ ਵਾਜੇ। ਸੁਨੋ ਮਟ ਪਾਕੀਏ ਸਬਰ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ। ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਦਾ ਜਨ ਪੈ ਦਰਦੇ ਪੂਰੇ ਗੁਰ ਦੇ ਜਾਣੀ। ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਈਆ ਭਰਪੂਰੇ। ਬਿਨ ਮਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹੁ ਨਾਨਕ ਸਭ